हेलो एवरीवन वेलकम टू विक्टर्स नॉलेज। सो ਅੱਜ ਇਸ ਲੈਕਚਰ ਦੇ ਅੰਦਰ ਮੈਂ ਤੁਹਾਡੇ ਨਾਲ ਇੱਕ ਬਹੁਤ ਇੰਪੋਰਟੈਂਟ ਸਟ੍ਰੈਟਜੀ ਸ਼ੇਅਰ ਕਰਨ ਜਾ ਰਹੀ ਹਾਂ। ਸੋ ਆਪਾਂ ਨੂੰ ਪਤਾ ਹੈ ਪੰਜਾਬ ਸਰਕਾਰ ਨੇ 26,000 ਤੋਂ ਜ਼ਿਆਦਾ ਪੋਸਟਾਂ ਅਪਰੂਵ ਕਰਤੀਆਂ ਤੇ ਤੁਸੀਂ ਮੰਨ ਕੇ ਚੱਲੋ ਕਿ ਨੈਕਸਟ ਵੀਕ ਤੋਂ ਤੁਹਾਨੂੰ ਆਲਮੋਸਟ ਹਰ ਵੀਕ ਰੈਗੂਲਰਲੀ ਜਿਹੜੇ ਅਲੱਗ-ਅਲੱਗ ਡਿਪਾਰਟਮੈਂਟ ਨੇ ਇਹਨਾਂ ਦੀਆਂ ਅਫੀਸ਼ੀਅਲ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਜਾਣਗੀਆਂ ਤੇ ਆਉਣ ਵਾਲੇ 3 ਤੋਂ 4 ਮਹੀਨੇ ਦੇ ਵਿੱਚ ਇਹ ਭਰਤੀਆਂ ਪੂਰੀਆਂ ਹੋਣਗੀਆਂ, ਐਗਜ਼ਾਮ ਕੰਡਕਟ ਕਰਵਾਏ ਜਾਣਗੇ। ਸੋ ਇਹ ਟਾਈਮ ਆਪਣੇ ਲਈ ਬਹੁਤ ਕ੍ਰੂਸ਼ੀਅਲ ਹੈ, ਆਪਾਂ ਇਹਨੂੰ ਵੇਸਟ ਨਹੀਂ ਕਰ ਸਕਦੇ ਕਿਉਂਕਿ ਹੋ ਸਕਦਾ ਆਪਾਂ ਨੂੰ ਸਿਰਫ 15 ਦਿਨ ਦਾ ਟਾਈਮ ਮਿਲੇ, 20 ਦਿਨਾਂ ਦਾ ਟਾਈਮ ਮਿਲੇ, ਡੇਢ ਮਹੀਨੇ ਦਾ। ਸੋ ਉਦੋਂ ਆਪਾਂ ਜਲਦੀ ਦੇ ਵਿੱਚ ਸਹੀ ਅਪਰੋਚ ਨਹੀਂ ਆਪਾਂ ਅਪਣਾ ਪਾਉਂਦੇ ਐਗਜ਼ਾਮ ਦੀ ਤਿਆਰੀ ਦੇ ਲਈ ਕਿਉਂਕਿ ਜਿਵੇਂ ਕਰੰਟ ਅਫੇਅਰ ਹੋ ਗਏ ਉਹ ਇੰਨੇ ਵਾਸਟ ਨੇ। ਤੁਸੀਂ ਪੁੱਛਦੇ ਹੋ ਕਿ ਅਸੀਂ ਕਿੰਨੇ ਕਰੰਟ ਅਫੇਅਰ ਕਰੀਏ, ਸੋ ਤੁਹਾਨੂੰ ਜਿਹੜੇ ਗਾਈਡ ਕਰਦੇ ਨੇ ਉਹ ਕਹਿ ਦਿੰਦੇ ਨੇ ਸਾਲ ਦੇ, ਡੇਢ ਸਾਲ ਦੇ, ਪਰ ਮੈਂ ਸਮਝਦੀ ਹਾਂ ਕਿ ਇੱਕ ਸਟੂਡੈਂਟ ਦੇ ਲਈ 1 ਮਹੀਨੇ ਦੇ ਅੰਦਰ ਪਿਛਲੇ 1 ਡੇਢ ਸਾਲ ਦੇ ਇਕੱਲੇ ਕਰੰਟ ਅਫੇਅਰ ਬਾਕੀ ਸਬਜੈਕਟਸ ਨਾਲ ਤਿਆਰ ਕਰਨੇ ਬਹੁਤ ਹੀ ਜ਼ਿਆਦਾ ਡਿਫਿਕਲਟ ਨੇ, ਆਲਮੋਸਟ ਇੰਪੋਸੀਬਲ ਨੇ। ਪਰ ਤੁਸੀਂ ਆਪਣੀ ਤਿਆਰੀ ਨੂੰ ਹੁਣੀ ਜਾਰੀ ਰੱਖੋ, ਸਹੀ ਅਪਰੋਚ ਅਪਣਾਓ, ਬੈਸਟ ਸਟ੍ਰੈਟਜੀ ਸਮਾਰਟ ਸਟੱਡੀ ਦੇ ਨਾਲ ਤੁਸੀਂ ਕਿਵੇਂ ਪੇਪਰ ਕਲੀਅਰ ਕਰਨਾ ਹੈ। ਸੋ ਉਹ ਚੀਜ਼ ਮੈਂ ਤੁਹਾਨੂੰ ਅੱਜ ਦੱਸੂਗੀ। ਜਿਹੜਾ ਅੱਜ ਦਾ ਇਹ ਲੈਕਚਰ ਹੈ ਸਟ੍ਰੈਟਜੀ ਵੀਡੀਓ, ਇਹ ਪੰਜਾਬ ਪੁਲਿਸ ਦੀ ਭਰਤੀ ਲਈ ਹੈ। ਸੋ ਟੋਟਲ 10,000 ਤੋਂ ਜ਼ਿਆਦਾ ਪੋਸਟਾਂ ਨਿਕਲਣੀਆਂ ਨੇ ਪੰਜਾਬ ਪੁਲਿਸ ਸਬ ਇੰਸਪੈਕਟਰ ਤੇ ਨਾਲ TSS ਰਿਕਰੂਟਮੈਂਟ। ਸੋ ਪਹਿਲਾਂ ਮੈਂ ਤੁਹਾਡੇ ਨਾਲ ਸਬ ਇੰਸਪੈਕਟਰ ਐਗਜ਼ਾਮ ਦੇ ਪੈਟਰਨ ਦੀ ਗੱਲ ਕਰੂੰਗੀ। ਸੋ ਸਬ ਇੰਸਪੈਕਟਰ ਦੇ ਅੰਦਰ 2 ਪੇਪਰ, ਇਹ ਮੈਂ ਗੱਲ ਕਰ ਰਹੀ ਹਾਂ ਜਿਹੜੀ ਪਿਛਲੇ ਸਾਲ ਦਾ ਐਗਜ਼ਾਮ ਹੋਇਆ ਸੀ, ਫਿਰ ਆਪਾਂ ਨੂੰ ਪਤਾ ਹੈ ਕਿ ਉਹ ਰੱਦ ਕਰ ਦਿੱਤਾ ਗਿਆ ਸੀ। ਸੋ ਇਹ ਐਕਸਪੈਕਟ ਕੀਤਾ ਜਾ ਰਿਹਾ ਕਿ ਆਲਮੋਸਟ ਸੇਮ ਐਗਜ਼ਾਮ, ਇੱਕ ਤਾਂ ਸੇਮ ਅਥਾਰਟੀ ਕੰਡਕਟ ਕਰਵਾ ਰਹੀ ਹੈ, ਇਹ ਨੋਟੀਫਿਕੇਸ਼ਨ ਵਿੱਚ ਵੀ ਲਿਖਿਆ ਹੋਇਆ ਹੈ। ਸੋ ਇਹਦੇ ਤੋਂ ਆਪਾਂ ਇਹ ਅਨੁਮਾਨ ਲਗਾ ਸਕਦੇ ਹਾਂ ਵੀ ਜਿਹੜਾ ਪੇਪਰ ਹੈ ਉਹਦਾ ਸਿਲੇਬਸ ਵੀ ਸੇਮ ਰਹੂਗਾ। ਸੋ ਇਹਦੇ ਅੰਦਰ 2 ਪੇਪਰ ਨੇ। ਜਿਹੜਾ ਪਹਿਲਾ ਪੇਪਰ ਹੈ ਉਹ 400 ਨੰਬਰਾਂ ਦਾ, ਉਹਦੇ ਵਿੱਚ 3 ਮੇਨ ਪੋਰਸ਼ਨ, 3 ਮੇਨ ਸਬਜੈਕਟ ਵੰਡੇ ਨੇ, ਜਨਰਲ ਅਵੇਅਰਨੈਸ, ਕੁਆਂਟੀਟੇਟਿਵ ਐਪਟੀਟਿਊਡ, ਪੰਜਾਬੀ। ਜਿਹੜਾ ਦੂਜਾ ਪੇਪਰ ਹੈ ਉਹ ਵੀ ਸੇਮ 400 ਨੰਬਰਾਂ ਦਾ, 2 ਘੰਟੇ ਦੇ ਪੇਪਰ ਨੇ, ਟੋਟਲ 4 ਘੰਟੇ ਦੇ, ਲੌਜੀਕਲ ਰੀਜ਼ਨਿੰਗ, ਡੇਟਾ ਇੰਟਰਪ੍ਰੀਟੇਸ਼ਨ ਨਾਲ ਕੰਪਿਊਟਰ ਤੇ ਨਾਲ ਇੰਗਲਿਸ਼। ਸੋ ਹੁਣ ਆਪਾਂ 1 ਬਾय 1 ਇੱਕ ਇੱਕ ਕਰਕੇ ਸਬਜੈਕਟ ਤੇ ਉਹਨਾਂ ਦੇ ਸਾਰੇ ਟੌਪਿਕਸ ਪੂਰੀ ਬਰੀਕੀ ਨਾਲ ਡਿਸਕਸ ਕਰਾਂਗੇ ਕਿ ਕਿਹੜੀ ਚੀਜ਼ ਕਿੱਥੋਂ ਪੜ੍ਹਨੀ ਹੈ। ਸੋ ਸਭ ਤੋਂ ਪਹਿਲਾਂ ਜਦੋਂ ਆਪਾਂ ਸਿਲੇਬਸ ਦੇਖਦੇ ਹਾਂ, ਸਬ ਇੰਸਪੈਕਟਰ ਦਾ ਜਨਰਲ ਅਵੇਅਰਨੈਸ ਸਬਜੈਕਟ ਆਉਂਦਾ। ਇਹਦੇ 4 ਪੋਲਿਟੀ ਦੇ ਟੌਪਿਕਸ ਨੇ ਇਹਦੇ ਅੰਦਰ। ਸੋ ਪੋਲਿਟੀ ਕਨਸਟੀਟਿਊਸ਼ਨ ਸੰਵਿਧਾਨ ਦੇ ਟੌਪਿਕ ਨੇ, ਇੰਡੀਅਨ ਕਨਸਟੀਟਿਊਸ਼ਨ ਤੇ ਉਹਦੇ ਫੀਚਰ, ਸੈਂਟਰਲ ਸਟੇਟ ਲੈਜਿਸਲੇਚਰ, ਐਗਜ਼ੀਕਿਊਟਿਵ ਲੋਕਲ ਗਵਰਨਮੈਂਟ ਇੰਸਟੀਟਿਊਸ਼ਨ ਤੇ ਜੁਡੀਸ਼ੀਅਲ ਇੰਸਟੀਟਿਊਸ਼ਨ। ਸੋ ਇੰਡੀਅਨ ਕਨਸਟੀਟਿਊਸ਼ਨ ਇਹਦੇ ਵਿੱਚ ਆਪਾਂ ਨੇ ਇਹਦੀ ਹਿਸਟਰੀ, ਦੈਨ ਫੀਚਰਸ ਦੇ ਵਿੱਚ ਆਪਾਂ ਨੇ ਸਿਰਫ ਇਹ ਨਹੀਂ ਕਿ ਤੁਸੀਂ ਜਨਰਲ ਫੀਚਰ ਕਰ ਲਏ ਕਿ ਫੈਡਰਲ ਨੇਚਰ ਦਾ ਹੈ, ਰਿਜਿਡ ਹੈ, ਲੈਂਥੀ ਹੈ। ਸੋ ਇਹਦੇ ਵਿੱਚ ਆਪਾਂ ਨੇ ਅਮੈਂਡਮੈਂਟ, ਸੋਰਸਿਸ, ਇਹ ਸਾਰੀਆਂ ਚੀਜ਼ਾਂ ਵੀ ਜ਼ਰੂਰ ਕਰਨੀਆਂ ਨੇ। ਨਾਲ ਜਿੰਨੇ ਆਰਟੀਕਲਸ ਨੇ, ਜਿੰਨੇ ਪਾਰਟਸ ਨੇ, ਸ਼ਡਿਊਲ ਨੇ, ਸੋ ਉਹਨਾਂ ਸਾਰਿਆਂ ਦੇ ਐਟਲੀਸਟ ਤੁਹਾਨੂੰ ਨੰਬਰ ਪਤਾ ਹੋਣੇ ਚਾਹੀਦੇ ਨੇ ਕਿ ਕਿਹੜੇ ਆਰਟੀਕਲ ਕਿਸ ਚੀਜ਼ ਦੀ ਗੱਲ ਹੋ ਰਹੀ। ਸੋ ਪੋਲਿਟੀ, ਦੈਨ ਉਸ ਤੋਂ ਬਾਅਦ ਆਉਂਦਾ ਆਪਣੇ ਕੋਲ ਹਿਸਟਰੀ। ਹਿਸਟਰੀ ਆਫ ਇੰਡੀਆ ਵਿੱਚ ਤੁਸੀਂ ਜ਼ਿਆਦਾ ਫੋਕਸ ਦੇਣਾ ਹੈ ਮਿਡੀਵਲ ਨਾਲ ਮਾਡਰਨ। ਮਾਡਰਨ ਦੇ ਵਿੱਚ ਵੀ ਇੰਡੀਅਨ ਨੈਸ਼ਨਲ ਮੂਵਮੈਂਟ ਸਭ ਤੋਂ ਜ਼ਿਆਦਾ ਇੱਥੇ ਫੋਕਸ ਕਰਨਾ ਹੈ। ਸਾਇੰਸ ਐਂਡ ਟੈਕਨੋਲੋਜੀ ਬੇਸਿਕ 10th ਲੈਵਲ ਦੀ ਫਿਜ਼ਿਕਸ, ਕੈਮਿਸਟਰੀ, ਬਾਇਓ ਦੇ ਕਨਸੈਪਟ, ਪਲੱਸ ਇਹਦੇ ਵਿੱਚ ਜਦੋਂ ਆਪਾਂ ਟੈਕਨੋਲੋਜੀ ਵਰਡ ਦੇਖਦੇ ਹਾਂ ਇਹਦੇ 'ਚ ਆਪਾਂ ਨੇ ਡਿਫੈਂਸ, ਸਪੇਸ, ਇਹ ਚੀਜ਼ਾਂ ਬਿਲਕੁਲ ਮਿਸ ਨਹੀਂ ਕਰਨੀਆਂ। ਉਸ ਤੋਂ ਬਾਅਦ ਇੰਡੀਅਨ ਇਕੋਨਮੀ, ਕੰਪਲੀਟ ਇਕੋਨੋਮਿਕਸ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਸਾਰੇ ਇੰਪੋਰਟੈਂਟ ਕੰਸੈਪਟ, ਮਨੀ ਹੋ ਗਿਆ, ਪਾਵਰਟੀ, ਅਨਐਮਪਲੋਇਮੈਂਟ, ਸੀਜ਼ਨਲ ਅਨਐਮਪਲੋਇਮੈਂਟ ਕੀ ਹੈ, ਕਾਈਂਡਸ ਜਿੰਨੀਆਂ ਹੁੰਦੀਆਂ ਨੇ, ਕਿਹੜੇ ਕਿਹੜੇ ਤਰੀਕੇ ਨਾਲ ਆਪਾਂ ਮੈਜ਼ਰ ਕਰਦੇ ਆ, ਪਾਵਰਟੀ ਦੇ ਕਿਹੜੇ ਇੰਡੈਕਸ ਨੇ, ਦੈਨ ਇੰਪੋਰਟੈਂਟ ਬੁੱਕਸ ਹੋ ਗਿਆ, LPG, ਹਰ ਟੌਪਿਕ, ਮਨੀ, ਰੈਪੋ ਰੇਟ, ਰਿਜ਼ਰਵ ਰੈਪੋ ਰੇਟ। ਸੋ ਐਵਰੀਥਿੰਗ ਸ਼ੁੱਡ ਬੀ ਡਨ ਅੰਡਰ Indian economy. Then comes geography. Geography of India, environment. Environment is very important ਤੇ ਮੈਂ suggest ਕਰੂੰਗੀ environment ਜੇ ਤੁਸੀਂ complete ਪੂਰੀ ਡਿਟੇਲ ਨਹੀਂ ਕਰ ਸਕਦੇ ਤਾਂ ਘੱਟੋ ਘੱਟ environment ਦੇ international convention, protocol ਤੇ current based environment ਜ਼ਰੂਰ ਕਰਕੇ ਜਾਓ ਐਗਜ਼ਾਮ ਦੇ ਲਈ। ਫਿਰ ਆਉਂਦੇ ਨੇ ਕਰੰਟ ਅਫੇਅਰ, ਸਭ ਤੋਂ ਜ਼ਿਆਦਾ ਇੰਪੋਰਟੈਂਟ, ਨੈਸ਼ਨਲ ਤੇ ਇੰਟਰਨੈਸ਼ਨਲ ਕੰਪਲੀਟ ਕਰੰਟ ਅਫੇਅਰ ਤੁਸੀਂ UPSC ਲੈਵਲ ਦੇ ਕਰਕੇ ਜਾਣੇ ਨੇ, ਇਹ ਚੀਜ਼ ਤੁਸੀਂ ਧਿਆਨ 'ਚ ਰੱਖਣੀ ਹੈ। ਦੈਨ ਅਵੇਅਰਨੈਸ ਆਫ ਇਸ਼ੂ ਕੰਸਰਨਿੰਗ, ਸੋ ਜਿਹੜਾ ਇਹ ਟੌਪਿਕ ਹੈ ਡਾਇਵਰਸਿਟੀ, ਐਥਿਕਸ, ਵਲਨਰੇਬਲ ਸੈਕਸ਼ਨ ਆਫ ਸੋਸਾਇਟੀ, ਇਹਦੇ ਅੰਦਰ ਆਪਾਂ ਨੇ ਕੁਝ ਲਾਜ਼, ਲੈਜਿਸਲੇਸ਼ਨਸ ਕਰਨੀਆਂ ਨੇ,
ਜਿਹੜੀਆਂ ਇਹ ਜਿਹੜੇ ਸੈਕਟਰਸ ਨੇ ਵਲਨਰੇਬਲ ਰਿਸਕ ਉੱਤੇ ਸੈਕਟਰ ਹੁੰਦੇ ਨੇ, ਡਿਸੇਬਲਡ ਪਰਪਸ, ਦੈਨ ਵਿਮਨ ਹੋ ਗਈ, ਚਿਲਡਰਨ ਹੋ ਗਈ, ਇਹਨਾਂ ਦੇ ਨਾਲ ਰਿਲੇਟਡ ਜਿਹੜੇ ਇੰਪੋਰਟੈਂਟ ਭਾਰਤ ਦੇ ਅੰਦਰ ਲਾਅ ਬਣਾਏ ਹੋਏ ਨੇ, ਕੋਈ ਹੋਰ ਕਨਵੈਨਸ਼ਨਸ ਨੇ, ਕਮੇਟੀਜ਼ ਨੇ, ਆਪਾਂ ਨੇ ਉਹ ਸਾਰੀਆਂ ਤਿਆਰ ਕਰਨੀਆਂ ਨੇ। ਸੰਵਿਧਾਨ ਦੇ ਕਿਹੜੇ-ਕਿਹੜੇ ਆਰਟੀਕਲਸ ਗੱਲ ਕਰਦੇ ਨੇ ਟੌਪਿਕਸ ਦੇ ਨਾਲ ਰਿਲੇਟਡ, ਉਹਦੀ ਗੱਲ ਕਰਨੀ ਹੈ। ਉਸ ਤੋਂ ਬਾਅਦ ਇਹਦੇ ਉੱਤੇ ਬੇਸਡ ਆਪਾਂ ਪੈਰਾਗ੍ਰਾਫ ਕੰਪਰੀਹੈਂਸ਼ਨ ਜ਼ਰੂਰ ਤਿਆਰ ਕਰਕੇ ਜਾਣੇ ਨੇ, ਕਿਉਂਕਿ ਜਦੋਂ ਮੈਂ ਕੁਐਸਚਨ ਪੇਪਰ ਦੇਖੇ ਤਾਂ ਉਹਦੇ ਵਿੱਚ ਕਲਚਰ ਦੇ ਨਾਲ ਰਿਲੇਟਡ, ਐਥਿਕਸ ਦੇ ਨਾਲ ਰਿਲੇਟਡ, ਜਾਂ ਜਿਵੇਂ ਹਿੰਦੂ ਮੈਰਿਜ ਐਕਟ ਹੋ ਗਿਆ, ਜਾਂ ਫਿਰ ਹੋਰ ਕੋਈ ਲਾਅ ਪੁੱਛੇ ਗਏ ਸੀਗੇ, ਫॉर एग्जांपल ਟ੍ਰੈਫਿਕਿੰਗ ਉੱਤੇ ਆ ਗਿਆ, ਮੈਟਰਨਿਟੀ ਬੈਨੀਫਿਟ ਉੱਤੇ ਆ ਗਿਆ। ਇਹ ਸਾਰੀਆਂ ਚੀਜ਼ਾਂ ਲੀਗਲ ਰੀਜ਼ਨਿੰਗ ਦੇ ਅੰਦਰ ਤਾਂ ਆਉਂਦੀਆਂ ਹੀ ਨੇ, ਪਰ ਜਿਹੜੇ ਟੌਪਿਕਸ ਟਾਰਗੇਟ ਕੀਤੇ ਗਏ ਸੀ ਵਿਮਨ ਦਾ ਰਿਲੇਟਡ, ਦੈਨ ਚਿਲਡਰਨ ਦੇ ਨਾਲ ਰਿਲੇਟਡ, ਚਾਈਲਡ ਲੇਬਰ ਨਾਲ ਰਿਲੇਟਡ, ਉਹ ਸਾਰੇ ਇਸ ਟੌਪਿਕ ਦੇ ਅੰਦਰ ਆਉਂਦੇ ਨੇ। ਸੋ ਅਵੇਅਰਨੈਸ ਮਤਲਬ ਤੁਹਾਨੂੰ ਜਾਗਰੂਕਤਾ ਹੋਣੀ ਚਾਹੀਦੀ ਹੈ ਹਰ ਤਰ੍ਹਾਂ ਦੇ ਪਹਿਲੂ ਦੇ ਬਾਰੇ ਜਿਹੜੇ ਇਹ ਸਾਰੇ ਸੈਕਟਰਸ ਨੂੰ ਕੰਸਰਨ ਕਰਦੇ ਨੇ। ਸੋ ਇਹ ਤਾਂ ਹੋ ਗਿਆ ਕਿ ਆਪਾਂ ਨੇ ਕੀ ਪੜ੍ਹਨਾ ਹੈ, ਕਿਸ ਲੈਵਲ ਦਾ ਪੜ੍ਹਨਾ। ਸੋ ਹੁਣ ਆਪਾਂ ਗੱਲ ਕਰਾਂਗੇ ਸਟੱਡੀ ਮਟੀਰੀਅਲ ਸੋਰਸਿਸ ਦੀ। ਤੁਹਾਨੂੰ ਵਿਕਟਰਸ ਨੌਲੇਜ ਪਲੇਟਫਾਰਮ ਤੋਂ ਕੀ ਹੈਲਪ ਮਿਲੂਗੀ, ਆਪ ਤੁਸੀਂ ਕਿੱਥੋਂ ਕੀ ਤਿਆਰੀ ਕਰਨੀ ਹੈ। ਸੋ ਪੋਲਿਟੀ ਦੇ ਜਿਹੜੇ ਪਹਿਲੇ 4 ਟੌਪਿਕਸ ਨੇ, YouTube ਉੱਤੇ ਕੰਪਲੀਟ ਡੀਟੇਲਡ ਅਪਡੇਟਡ ਲੈਕਚਰਸ ਆਉਣਗੇ, MCQ ਦੀ ਪ੍ਰੈਕਟਿਸ ਕਰਵਾਈ ਜਾਊਗੀ। ਦੈਨ ਹਿਸਟਰੀ ਐਂਡ ਕਲਚਰ ਆਫ ਇੰਡੀਆ, ਇਹਦੇ ਕੰਪਲੀਟ ਨੋਟਸ ਅਵੇਲੇਬਲ ਨੇ। ਬਾਕੀ एग्जाम ਦੀ ਜਦੋਂ ਇੱਕ ਵਾਰੀ ਨੋਟੀਫਿਕੇਸ਼ਨ ਰਿਲੀਜ਼ ਹੋਗੀ, ਫਿਰ ਮੈਂ ਜਿਹੜੇ ਇਹ MCQ ਦੇ ਸੈਸ਼ਨ ਨੇ ਉਦੋਂ ਕਰਵਾਉਂਗੀ। ਉਸ ਤੋਂ ਬਾਅਦ ਸਾਇੰਸ ਐਂਡ ਟੈਕਨੋਲੋਜੀ, ਇਹਦੇ ਕੰਪਲੀਟ ਨੋਟਸ ਅਵੇਲੇਬਲ ਨੇ। ਇੰਡੀਅਨ ਇਕਨੋਮੀ ਦੇ ਇਹਦੇ ਲੈਕਚਰਸ ਵੀ ਪਏ ਨੇ ਆਲਰੇਡੀ, ਉਹ ਵੀ ਤੁਸੀਂ ਦੇਖ ਸਕਦੇ ਹੋ, ਬੇਸਿਕ ਇਕਨੋਮੀ ਦੇ। ਬਾਕੀ ਐਕਸਾਈਜ਼ ਇੰਸਪੈਕਟਰ ਦੇ ਐਗਜ਼ਾਮ ਦੇ ਲਈ ਮੈਂ ਪੇਡ ਵੀਡੀਓ ਲੈਕਚਰ ਦਾ ਕੋਰਸ ਕਰਵਾਉਂਗੀ, ਉਹਦੇ ਵਿੱਚ ਇੰਡੀਅਨ ਇਕਨੋਮੀ ਦੇ ਜੇ ਤੁਸੀਂ ਇਕੱਲੇ ਲੈਕਚਰ ਖਰੀਦਣੇ ਨੇ ਉਹ ਵੀ ਖਰੀਦ ਸਕਦੇ ਹੋ। ਫਿਰ ਜੀਓਗ੍ਰਾਫੀ, ਉਹਦੀ MCQ ਪ੍ਰੈਕਟਿਸ ਕਰਵਾਈ ਜਾਊਗੀ, ਕੰਪਲੀਟ ਨੋਟਸ ਅਵੇਲੇਬਲ ਨੇ। ਇਨਵਾਇਰਨਮੈਂਟ ਦੇ ਨੋਟਸ ਅਵੇਲੇਬਲ ਨੇ। ਕਰੰਟ ਅਫੇਅਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੋਰਸ਼ਨ ਹੈ, ਤੇ UPSC ਲੈਵਲ ਦੇ ਡੀਟੇਲਡ ਕਰੰਟ ਅਫੇਅਰ ਪੇਡ ਨੋਟਸ ਅਵੇਲੇਬਲ ਹੈ, ਸੋ ਇਹ ਤੁਸੀਂ ਪਰਚੇਸ ਕਰ ਸਕਦੇ ਹੋ। ਦੈਨ ਲਾਸਟ ਵਿੱਚ ਆਉਂਦਾ ਅਵੇਅਰਨੈਸ ਵਾਲਾ ਟੌਪਿਕ, ਜੋ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਸੋ ਇਹ ਪੂਰਾ ਟੌਪਿਕ ਮੈਂ YouTube ਉੱਤੇ ਇਹਦੀ ਥਿਊਰੀ ਵੀ ਕਰਵਾऊं, ਇਹਦੇ MCQ ਵੀ ਕਰਵਾਉਂਗੀ ਫॉर ਫ੍ਰੀ। ਸੋ ਪੇਡ ਦੇ ਵਿੱਚ ਜਿਹੜੇ GS ਦੇ ਇਹ ਸਾਰੇ ਸਬਜੈਕਟਸ ਮੈਂ ਮੈਂਸ਼ਨ ਕੀਤੇ ਨੇ ਐਕਸੈਪਟ ਲਾਸਟ ਸਬਜੈਕਟ, ਉਹਨਾਂ ਦੇ ਥਿਊਰੀ ਦੇ ਕੰਪਲੀਟ ਡੀਟੇਲਡ ਨੋਟਸ ਅਵੇਲੇਬਲ ਨੇ, ਜਿਹਦੇ ਵਿੱਚ ਸਾਰੀ ਦੀ ਸਾਰੀ ਤੁਹਾਡੀ A to Z ਪੂਰੀ ਥਿਊਰੀ ਕੰਪਲੀਟ ਕਰਵਾਈ ਜਾਊਗੀ। ਸੋ ਪ੍ਰਾਈਸ ਇਜ਼ ₹1000 ਫॉर ਕੰਪਲੀਟ GS, ਪਲੱਸ ਇਹਦੇ ਵਿੱਚ ਤੁਹਾਨੂੰ ਜਿਹੜਾ ਡਿਜੀਟਲ ਅਵੇਅਰਨੈਸ ਦਾ ਮੈਂ ਅੱਗੇ ਡਿਸਕਸ ਕਰੂੰਗੀ ਟੌਪਿਕ, ਡਿਜੀਟਲ ਅਵੇਅਰਨੈਸ ਦਾ ਕੰਪਿਊਟਰ ਦਾ ਸਬਜੈਕਟ ਹੈ, ਉਹਦੇ ਵੀ ਸਾਰੇ ਸਿਲੇਬਸ ਦੇ ਅਕੋਰਡਿੰਗ ਅਪਡੇਟਡ ਨੋਟਸ ਅਵੇਲੇਬਲ ਨੇ। ਤੇ ਜੇ ਤੁਸੀਂ ਇਹ GS ਦੇ ਨੋਟਸ ਖਰੀਦਦੇ ਹੋ ਤਾਂ ਤੁਹਾਨੂੰ ਉਹ ਨੋਟਸ ਪਲੱਸ ਲੀਗਲ ਰੀਜ਼ਨਿੰਗ ਦੇ 250 MCQs ਫ੍ਰੀ ਮਿਲਣਗੇ। ਨੈਕਸਟ ਆਉਂਦਾ ਕੁਆਂਟ ਦੇ ਲਈ ਤੁਸੀਂ ਜਿਹੜੇ ਅਲੱਗ-ਅਲੱਗ ਸ਼ਿਫਟ ਵਿੱਚ ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਪਿਛਲੇ ਸਾਲ 2021 ਵਿੱਚ ਪੇਪਰ ਹੋਏ ਸੀ, ਉਹਨਾਂ ਨੂੰ ਸੋਲਵ ਕਰੋ, that would be more than sufficient। ਸਿਰਫ ਤੁਹਾਨੂੰ ਟਾਈਪ ਪਤਾ ਹੋਣੀ ਚਾਹੀਦੀ ਹੈ, ਫਾਰਮੂਲੇ ਪਤਾ ਹੋਣੇ ਚਾਹੀਦੇ ਨੇ। ਤੇ ਇਹਦੇ ਲਈ ਜਿਹੜੇ ਪੂਰੀ ਇੱਕ ਇੰਪੋਰਟੈਂਟ PDF ਹੈ RS ਅਗਰਵਾਲ ਬੁੱਕ ਦੀ, ਕੁਆਂਟ ਦੀ, ਉਹ ਸਾਰੀ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਫ੍ਰੀ ਸ਼ੇਅਰ ਕੀਤੀ ਹੋਈ ਹੈ। ਉਹ ਪੂਰੀ ਬੁੱਕ, ਉੱਥੋਂ ਤੁਸੀਂ ਇਹ ਪੂਰਾ ਟੌਪਿਕ ਤਿਆਰ ਕਰ ਸਕਦੇ ਹੋ। ਫਿਰ ਆਉਂਦੀ ਹੈ ਪੰਜਾਬੀ ਦੇ ਆਲਰੇਡੀ YouTube ਉੱਤੇ ਵਿਕਟਰਸ ਨੌਲੇਜ ਪਲੇਟਫਾਰਮ ਦੇ ਉੱਤੇ ਹੀ ਇੰਪੋਰਟੈਂਟ ਲੈਕਚਰਸ ਅਵੇਲੇਬਲ ਨੇ, ਪ੍ਰੈਸਿਸ ਸਕਿੱਲ ਪੂਰਾ ਡਿਟੇਲ 'ਚ ਐਕਸਪਲੇਨ ਕੀਤਾ ਹੋਇਆ। ਸੇਮ ਇਹਦੇ ਲਈ ਵੀ ਤੁਸੀਂ ਮੌਕ ਟੈਸਟ ਤੇ ਪ੍ਰੀਵੀਅਸ ਐਗਜ਼ਾਮਸ ਪ੍ਰੈਕਟਿਸ ਦੇ ਲਈ ਫੋਲੋ ਕਰੋ, that would be more than sufficient। ਨੈਕਸਟ ਕਮ ਪੇਪਰ 2, ਇਹਦੇ ਵਿੱਚ ਟੌਪਿਕ ਆਉਂਦਾ ਲੌਜੀਕਲ ਤੇ ਐਨਾਲਿਟੀਕਲ ਰੀਜ਼ਨਿੰਗ, ਡੇਟਾ ਇੰਟਰਪ੍ਰੀਟੇਸ਼ਨ। ਸੋ ਜਿਹੜੇ ਵੀ ਨੂਮੈਰੀਕਲ ਐਬਿਲਿਟੀ ਹੋਗੀ ਜਾਂ ਲੈਂਗੁਏਜ ਹੋਗੀ, ਰੀਜ਼ਨਿੰਗ ਹੋਗੀ, ਇਹ ਸਿਰਫ ਜਿੰਨੀ ਜ਼ਿਆਦਾ ਤੁਸੀਂ ਮੌਕ ਟੈਸਟ ਕਰੋਗੇ, ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ, ਉਨਾ ਹੀ ਤੁਸੀਂ ਇਹਨੂੰ ਕਲੀਅਰ ਕਰ ਸਕਦੇ ਹੋ। ਇੱਕ ਵਾਰੀ ਤੁਸੀਂ ਅਲੱਗ ਤੋਂ ਲਿਸਟ ਬਣਾ ਲਓ, ਆਪਣੇ ਨੋਟਸ ਤਿਆਰ ਕਰ ਲਓ, ਸਿਰਫ ਟੌਪਿਕ ਲਿਖ ਕੇ ਨਾਲ ਕਿ ਇਹਦੇ 'ਚ ਕੀ ਫਾਰਮੂਲਾ ਲੱਗਣਾ ਹੈ ਜਾਂ ਇਹਦਾ ਕੀ ਕੰਸੈਪਟ ਹੈ। ਜ਼ਿਆਦਾ ਤੋਂ ਜ਼ਿਆਦਾ ਮੈਂ ਸੁਜੈਸਟ ਕਰੂੰਗੀ ਕਿ ਜੇ ਤੁਸੀਂ ਇਹਦੇ ਵਿੱਚ ਐਕਸੈਲ ਕਰਨਾ ਹੈ ਤਾਂ ਇਹਦੀ ਪ੍ਰੈਕਟਿਸ ਬਹੁਤ ਜ਼ਰੂਰੀ ਹੈ, ਤੇ ਉਹਦੇ ਲਈ ਮੌਕ ਟੈਸਟ ਦੇ ਨਾਲ ਹੀ RS ਅਗਰਵਾਲ ਦੀ ਜਿਹੜੀ ਬੁੱਕ ਹੈ ਉਹਨੂੰ ਤੁਸੀਂ ਫੋਲੋ ਕਰ ਸਕਦੇ ਹੋ। ਲੀਗਲ ਰੀਜ਼ਨਿੰਗ ਦਾ ਜਿਹੜਾ ਪੋਰਸ਼ਨ ਹੈ ਇਹਦੇ ਅੰਦਰ ਇੱਕ ਅਲੱਗ ਤੋਂ ਲੀਗਲ ਰੀਜ਼ਨਿੰਗ ਦਾ ਪਾਰਟ ਹੈ। ਸੋ ਲੀਗਲ ਰੀਜ਼ਨਿੰਗ ਦੇ ਮੈਂ ਤੁਹਾਨੂੰ ਦੱਸਿਆ, ਜੇ ਤੁਸੀਂ MCQ ਲੈਣੇ ਨੇ ਪ੍ਰੈਕਟਿਸ ਦੇ ਲਈ ਤਾਂ 250 ਤੋਂ ਜ਼ਿਆਦਾ MCQs ਅਵੇਲੇਬਲ ਨੇ, ਜਿਹੜੇ ਮੈਂ GS ਨੋਟਸ ਦੇ ਨਾਲ ਫ੍ਰੀ ਦਊਂਗੀ, ਜਾਂ ਜੇ ਤੁਸੀਂ ਇਕੱਲੇ ਕੰਪਿਊਟਰ ਦੇ ਨੋਟਸ ਖਰੀਦੋਗੇ ਉਹਦੇ ਨਾਲ ਵੀ ਤੁਹਾਨੂੰ ਫ੍ਰੀ ਮਿਲਣਗੇ, ਸੋ ਉੱਥੋਂ ਕਰ ਸਕਦੇ ਹੋ। ਜਾਂ ਫਿਰ ਐਗਜ਼ਾਮ ਤੋਂ ਪਹਿਲਾਂ ਜਦੋਂ ਇੱਕ ਵਾਰੀ ਨੋਟੀਫਿਕੇਸ਼ਨ ਰਿਲੀਜ਼ ਹੋਗੀ
ਤਾਂ ਮੈਂ 1-2 ਸੈਸ਼ਨ ਲੀਗਲ ਰੀਜ਼ਨਿੰਗ ਦੇ ਜ਼ਰੂਰ YouTube ਉੱਤੇ ਫ੍ਰੀ ਲਗਵਾਉਂਗੀ। ਉਸ ਤੋਂ ਬਾਅਦ ਆਉਂਦਾ ਬਹੁਤ ਇੰਪੋਰਟੈਂਟ ਟੌਪਿਕ ਜਿਹਦੇ ਵਿੱਚ ਸਟੂਡੈਂਟਸ ਨੂੰ ਜ਼ਿਆਦਾਤਰ ਦਿੱਕਤ ਆਈ ਸੀ। ਸੋ ਆਲਰੇਡੀ ਇਸ ਸਾਰੇ ਦੇ ਸਾਰੇ ਟੌਪਿਕਸ ਦੇ ਜਿਹੜੇ ਬੇਸਿਕ ਕਨਸੈਪਟਸ ਨੇ ਉਹ ਮੈਂ YouTube ਉੱਤੇ ਕਲੀਅਰ ਕਰਵਾਏ ਹੋਏ ਨੇ। ਹਰ ਇੱਕ ਲੈਕਚਰ ਅਵੇਲੇਬਲ ਹੈ ਫॉर ਫ੍ਰੀ, ਤੁਸੀਂ ਉਹ ਦੇਖ ਸਕਦੇ ਹੋ। ਬਾਕੀ ਇਹ ਸਾਰੇ ਲੈਕਚਰਸ ਤੋਂ ਆਪਾਂ ਨੂੰ ਪਤਾ ਹੈ ਐਗਜ਼ਾਮ ਦਾ ਜਿਹੜਾ ਲੈਵਲ ਸੀ ਉਹ ਥੋੜਾ ਜਿਹਾ ਹਾਈ ਆਇਆ ਸੀ। ਸੋ ਇਹਨਾਂ ਦੇ ਵਿੱਚ ਜੋ ਵੀ ਅਪਡੇਸ਼ਨਸ ਦੀ ਜ਼ਰੂਰਤ ਸੀ, ਜੋ ਚੀਜ਼ਾਂ ਐਡ ਕਰਨ ਦੀ ਜ਼ਰੂਰਤ ਸੀ, ਸੋ ਸਾਰਾ ਕੁਝ ਅਪਡੇਟ ਕਰਕੇ ਪ੍ਰੋਪਰ ਡਿਜੀਟਲ ਲਿਟਰੇਸੀ ਐਂਡ ਕੰਪਿਊਟਰ ਅਵੇਅਰਨੈਸ ਦੇ ਨੋਟਸ ਤਿਆਰ ਕੀਤੇ ਹੋਏ ਨੇ ਐਜ਼ ਪਰ ਸਿਲੇਬਸ। ਤੇ ਇਹ ਨੋਟਸ ਨੇ, ਇਹਦੇ ਵਿੱਚ ਤੁਹਾਨੂੰ ਥਿਊਰੀ ਇਹ ਸਾਰੀ ਟੌਪਿਕਸ ਦੀ ਪਲੱਸ 250 MCQs ਐਜ਼ ਪਰ ਪੈਟਰਨ ਫੋਲੋਡ ਇਨ ਦ ਐਗਜ਼ਾਮ ਐਂਡ ਫ੍ਰੀ ਲੀਗਲ ਰੀਜ਼ਨਿੰਗ MCQ ਮਿਲ ਰਹੇ ਨੇ। ਸੋ ਇਹ ਤੁਸੀਂ ਖਰੀਦ ਸਕਦੇ ਹੋ। ਪ੍ਰਾਈਸ ਇਜ਼ ₹500, ਪਰ ਜੇ ਤੁਸੀਂ GS ਦੇ ਨੋਟਸ ਖਰੀਦ ਰਹੇ ਹੋ ਮੇਰੇ ਤੋਂ ਆਲਰੇਡੀ ₹1000 ਦੇ, ਤਾਂ ਇਹ ਤੁਹਾਨੂੰ ਨੋਟਸ ਪੂਰੇ ਵਿਦ ਲੀਗਲ ਰੀਜ਼ਨਿੰਗ MCQ ਫ੍ਰੀ ਮਿਲਣਗੇ। So to buy notes, send email on legalvictor02896@gmail.com। ਫਿਰ ਆਉਂਦੀ ਹੈ ਇੰਗਲਿਸ਼। ਇੰਗਲਿਸ਼ ਦੇ ਲਈ ਵੀ ਸੇਮ ਜਿਵੇਂ ਪੰਜਾਬੀ ਦੀ ਤਿਆਰੀ ਕਰਨੀ ਹੈ, ਮੌਕ ਟੈਸਟ ਤੇ ਪ੍ਰੀਵੀਅਸ ਈਅਰ ਪੇਪਰ ਕਰੋ। ਸੋ ਹੁਣ ਜਦੋਂ ਇੱਕ ਵਾਰੀ ਐਗਜ਼ਾਮ ਦੀ ਅਫੀਸ਼ੀਅਲ ਨੋਟੀਫਿਕੇਸ਼ਨ ਆ ਗਈ, ਫਿਰ ਮੈਂ ਪ੍ਰੋਪਰ ਮੌਕ ਟੈਸਟ ਐਗਜ਼ੈਕਟਲੀ ਐਗਜ਼ਾਮ ਪੈਟਰਨ ਦੇ ਅਵੇਲੇਬਲ ਕਰਵਾਉਂਗੀ। ਸੋ ਤੁਸੀਂ ਉੱਥੋਂ ਪ੍ਰੈਕਟਿਸ ਕਰ ਸਕੋਗੇ। ਨਾਲ ਹੀ ਜਿੰਨੀਆਂ ਵੀ ਸ਼ਿਫਟਸ ਦੇ ਐਗਜ਼ਾਮ ਹੋਏ ਸੀ ਸਬ ਇੰਸਪੈਕਟਰ ਦੇ, ਜੋ ਵੀ A to Z ਡੇ ਈਵਨਿੰਗ ਜਿੰਨੀਆਂ ਸ਼ਿਫਟ ਸੀ, ਸਾਰੀਆਂ ਸ਼ਿਫਟਸ ਦੇ ਕੁਐਸਚਨ ਪੇਪਰ ਕੰਪਾਈਲ ਕਰਕੇ ਤੁਹਾਨੂੰ ਮਿਲਣਗੇ ਇਹ ਮੌਕ ਟੈਸਟ ਦੇ ਨਾਲ ਅਲੱਗ ਤੋਂ, ਸੋ ਦੈਟ ਤੁਸੀਂ ਐਗਜ਼ਾਮ ਦੇ ਲਈ ਆਪਣੀ ਬੈਸਟ ਲੈਵਲ ਦੀ ਤਿਆਰੀ ਕਰ ਸਕੋ। ਉਸ ਤੋਂ ਬਾਅਦ ਹੁਣ ਆਪਾਂ ਨੇ ਸਬ ਇੰਸਪੈਕਟਰ ਦੇਖ ਲਿਆ, ਉਹਦਾ ਸਿਲੇਬਸ ਇੱਕ ਵਾਰੀ ਦੇਖ ਲਿਆ ਕਿੱਥੋਂ ਕੀ ਕਿਵੇਂ ਪੜ੍ਹਨਾ ਹੈ। ਹੁਣ ਆਪਾਂ ਦੇਖਦੇ ਹਾਂ ਸਬ ਇੰਸਪੈਕਟਰ ਤੇ ਕਾਂਸਟੇਬਲ ਦੀ ਜਿਹੜੀ ਭਰਤੀ ਹੋਣੀ ਹੈ ਟੈਕਨੀਕਲ ਸਪੋਰਟ ਸਰਵਿਸ ਕੇਡਰ ਦੇ ਅੰਦਰ, TSS। ਸੋ ਇਹਦੇ ਅੰਦਰ 2 ਟੈਸਟ ਹੋਣੇ ਨੇ। ਕੰਪਿਊਟਰ ਬੇਸਡ ਪੇਪਰ ਹੈ, 100 ਨੰਬਰਾਂ ਦੇ, ਇਹਨਾਂ ਨੂੰ ਜੋੜ ਕੇ ਮੈਰਿਟ ਬਣਨੀ ਹੈ। ਜਿਹੜਾ ਟੈਸਟ 1 ਹੈ, ਆਲਮੋਸਟ ਜੇ ਕੋਈ ਸਟੂਡੈਂਟ ਸਬ ਇੰਸਪੈਕਟਰ ਐਗਜ਼ਾਮ ਦੀ ਤਿਆਰੀ ਕਰ ਰਿਹਾ ਤਾਂ ਉਹਦੇ ਲਈ ਇਹ ਟੈਸਟ 1 ਹੈ ਜਿਹੜਾ ਤੁਹਾਡੀ ਸਪੈਸ਼ਲਾਈਜੇਸ਼ਨ ਤੋਂ ਇਲਾਵਾ ਜਿਹੜਾ ਇੱਕ ਕਾਮਨ ਪੇਪਰ ਹੋਣਾ ਸਾਰਿਆਂ ਦੇ ਲਈ ਸੇਮ, ਉਹਦੀ ਤਿਆਰੀ ਬਹੁਤ ਸੌਖੀ ਹੋ ਜੂ, ਕਿਉਂਕਿ ਆਲਮੋਸਟ ਜਿਹੜਾ ਸਿਲੇਬਸ ਸਬ ਇੰਸਪੈਕਟਰ ਦਾ ਹੈ ਉਹ ਸਾਰਾ ਇਹਦੇ ਅੰਦਰ ਇਨਕਲੂਡਡ ਹੈ। ਸੋ ਇਹਦੇ ਅੰਦਰ 20 ਨੰਬਰ ਦੀ GS ਆਉਣੀ ਹੈ, ਜਨਰਲ ਅਵੇਅਰਨੈਸ, ਜਿਹਦੇ ਵਿੱਚ ਤੁਹਾਨੂੰ ਵਰਲਡ ਹਿਸਟਰੀ, ਜੀਓਗ੍ਰਾਫੀ, ਇਕਨੋਮਿਕਸ, ਸਾਇੰਸ, ਇਨਵਾਇਰਨਮੈਂਟ, ਕਰੰਟ, ਪੋਲਿਟੀ। ਸੋ ਤੁਸੀਂ ਦੇਖ ਸਕਦੇ ਹੋ ਉਹੀ ਸਾਰੇ ਕੁਐਸਚਨ, ਉਹੀ ਸਾਰੇ ਟੌਪਿਕਸ ਨੇ ਜਿਹੜੇ ਰਿਪੀਟ ਹੋ ਰਹੇ ਨੇ ਜੋ ਸਬ ਇੰਸਪੈਕਟਰ ਦੇ ਨੇ। ਇਹਦੇ ਵਿੱਚ ਅਲੱਗ ਚੀਜ਼ ਹੈ ਵਰਲਡ ਹਿਸਟਰੀ। ਸੋ ਵਰਲਡ ਹਿਸਟਰੀ ਦੇ ਵੀ ਪੇਡ ਨੋਟਸ ਅਵੇਲੇਬਲ ਨੇ, ਤੁਸੀਂ ਲੈ ਸਕਦੇ ਹੋ। ਉਸ ਤੋਂ ਬਾਅਦ 30 ਮਾਰਕਸ ਤੇ ਇਹਦੇ ਚ ਆਉਣੀ ਹੈ ਕੁਆਂਟ ਰੀਜ਼ਨਿੰਗ ਇਕੱਠੀ। ਸੇਮ RS ਅਗਰਵਾਲ ਬੈਸਟ ਹੈ, ਉਹਨੂੰ ਫੋਲੋ ਕਰੋ, ਇਹ ਵੀ ਤੁਹਾਡਾ ਉਹਦੇ ਨਾਲ ਕਵਰ ਹੋ ਜਾਊਗਾ। ਫਿਰ ਆਉਣੀ ਹੈ ਉਸ ਤੋਂ ਬਾਅਦ ਲੈਂਗੁਏਜ 30 ਨੰਬਰਾਂ ਦੀ। ਉਰੇ ਤੁਸੀਂ ਬਹੁਤ ਵਧੀਆ ਸਕੋਰ ਕਰ ਸਕਦੇ ਹੋ, ਕਿਉਂਕਿ ਲੈਂਗੁਏਜ ਦੇ ਉੱਤੇ ਜਿਹੜਾ ਹੋਲਡ ਹੈ ਉਹ ਤੁਹਾਡਾ, ਜੇ ਤੁਹਾਨੂੰ ਰੂਲਸ ਬੇਸਿਕਸ ਦੇ ਨਾਲ ਤੁਸੀਂ ਕਲੀਅਰ ਹੋ, ਫਿਰ ਤੁਹਾਡਾ ਕੁਐਸਚਨ ਡੈਫੀਨੇਟਲੀ ਉੱਥੇ ਕਰੈਕਟ ਹੁੰਦਾ। ਸੋ ਇੱਕ ਵਾਰੀ ਸਿਰਫ ਜੋ ਟੌਪਿਕ ਜਿਵੇਂ ਲਿਖੇ ਹੁੰਦੇ ਨੇ, ਤੁਸੀਂ ਕੀ ਕਰਨਾ ਹੈ, ਗੂਗਲ ਤੇ ਉਸ ਟੌਪਿਕ ਦਾ ਨਾਮ ਭਰਨਾ ਹੈ, ਉੱਥੇ ਤੁਹਾਨੂੰ ਆਰਾਮ ਦੇ ਨਾਲ ਜਿੰਨੇ ਵੀ ਰੂਲਸ ਹੁੰਦੇ ਨੇ ਬੇਸਿਕ ਉਹ ਮਿਲ ਜਾਂਦੇ ਨੇ। ਇੱਕ ਵਾਰੀ ਰੂਲਸ ਨੂੰ ਜ਼ਰੂਰ ਗੋ ਥਰੂ ਕਰਿਆ ਕਰੋ, ਇਹ ਨਹੀਂ ਕਿ ਤੁਸੀਂ ਸਿੱਧਾ ਉੱਥੇ ਪ੍ਰੈਕਟਿਸ ਸਟਾਰਟ ਕਰਤੀ। ਇੱਕ ਵਾਰੀ ਜ਼ਰੂਰ ਦੇਖੋ ਕਿ ਈਡੀਅਮਸ ਐਂਡ ਫਰੇਜ਼ਸ ਕੀ ਹੁੰਦੇ ਨੇ, ਇਹਨਾਂ ਨੂੰ ਜੇ ਤੁਸੀਂ ਇੰਗਲਿਸ਼ 'ਚ ਕਰ ਰਹੇ ਹੋ ਤਾਂ ਪੰਜਾਬੀ 'ਚ ਇਹਨਾਂ ਦਾ ਮਤਲਬ ਸਮਝੋ। ਦੈਨ ਵਰਬਸ ਦੇਖੋ ਕੀ ਹੁੰਦੇ ਨੇ, ਉਹਦੇ ਨਾਲ ਲੈਂਗੁਏਜ ਪੇਪਰ 'ਚ ਅਟੈਂਪਟ ਕਰਨੀ ਬਹੁਤ ਸੌਖੀ ਹੋ ਜਾਂਦੀ ਹੈ। ਸੋ ਇਹਦੇ ਲਈ ਵੀ ਸੇਮ ਮੌਕ ਟੈਸਟ ਫੋਲੋ ਕਰੋ, ਪ੍ਰੀਵੀਅਸ ਈਅਰ ਪੇਪਰ ਦੇਖੋ। ਕਿਸੇ ਵੀ ਹੋਰ ਜੇ ਡਿਪਾਰਟਮੈਂਟ ਦਾ ਕੋਈ ਪੇਪਰ ਕੰਡਕਟ ਹੋਇਆ ਜਿਹਦੇ ਵਿੱਚ ਪੰਜਾਬੀ ਇੰਗਲਿਸ਼ ਆਈ ਹੈ, ਕਿਉਂਕਿ ਪੰਜਾਬੀ ਇੰਗਲਿਸ਼ ਸਿਮਿਲਰ ਹੁੰਦੀ ਹੈ, ਜਿਵੇਂ ਨੂਮੈਰੀਕਲ ਅਬਿਲਿਟੀ, ਕੁਆਂਟ ਹੋ ਗਿਆ, ਇਹਦੇ ਵੀ ਆਲਮੋਸਟ ਤੁਸੀਂ ਕਿਤੋਂ ਵੀ ਪ੍ਰੈਕਟਿਸ ਕਰ ਸਕਦੇ ਹੋ, ਕੋਈ ਵੀ ਪ੍ਰੀਵੀਅਸ ਈਅਰ ਪੇਪਰ ਚੱਕ ਲਓ। ਸੋ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰੋ ਰੀਜ਼ਨਿੰਗ, ਨੂਮੈਰੀਕਲ ਅਬਿਲਿਟੀ ਤੇ ਲੈਂਗੁਏਜ ਪੋਰਸ਼ਨ ਦੀ। ਤੁਹਾਡਾ 60 ਮਾਰਕਸ ਦਾ ਜਿਹੜਾ ਪੇਪਰ ਹੈ ਇਹ ਉਰੇ ਬਹੁਤ ਵਧੀਆ ਹੋ ਸਕਦਾ ਹੈ। ਉਸ ਤੋਂ ਬਾਅਦ ਹੈ 20 ਨੰਬਰ ਦਾ ਕੰਪਿਊਟਰ ਦੇ ਟੌਪਿਕ ਬਹੁਤ ਜ਼ਿਆਦਾ ਬੇਸਿਕ ਨੇ। ਸੋ ਇਹਨਾਂ ਦੇ ਆਲਰੇਡੀ YouTube ਉੱਤੇ ਵਿਕਟਰਸ ਨੌਲੇਜ ਉੱਤੇ ਇੰਪੋਰਟੈਂਟ ਮੇਗਾ ਸੈਸ਼ਨਸ ਪਏ ਨੇ MCQs ਦੇ, ਉਹ ਤੁਸੀਂ ਦੇਖ ਸਕਦੇ ਹੋ। ਤੁਹਾਡੇ ਆਲਮੋਸਟ ਇਹ ਸਾਰੇ ਦੇ ਸਾਰੇ ਟੌਪਿਕ ਉੱਥੇ ਕਵਰ ਹੋ ਜਾਣਗੇ। ਸੋ 20 ਨੰਬਰ ਦੀ ਜਿਹੜੀ ਕੰਪਿਊਟਰ ਹੈ ਇਹ ਤੁਸੀਂ YouTube ਤੋਂ ਕਰ ਸਕਦੇ ਹੋ। ਸੋ ਨੋਟਸ ਅਵੇਲੇਬਲ ਨੇ ਵਰਲਡ ਹਿਸਟਰੀ ਦੇ, ਜੀਓਗ੍ਰਾਫੀ, ਇਕਨੋਮਿਕਸ, ਸਾਇੰਸ, ਇਨਵਾਇਰਨਮੈਂਟ, ਕਰੰਟ ਅਫੇਅਰ, ਪੋਲਿਟੀ। ਸੋ ਯੂ ਕੈਨ ਬਾय these।
ਸੋ ਉਸ ਤੋਂ ਬਾਅਦ ਹੁਣ ਗੱਲ ਆਉਂਦੀ ਹੈ ਮੇਨ, ਜਿਹੜਾ ਤੁਹਾਡਾ ਡੋਮੇਨ ਸਪੈਸ਼ਲਾਈਜੇਸ਼ਨ ਹੈ ਉਹਦਾ ਪੇਪਰ ਹੋਣਾ। ਪਹਿਲਾ ਪੇਪਰ ਤਾਂ ਜਿਵੇਂ ਬਾਕੀ ਸਾਰੇ ਡਿਪਾਰਟਮੈਂਟ ਪੇਪਰ ਲੈਂਦੇ ਨੇ ਉਹੀ ਚੀਜ਼ਾਂ ਰਿਪੀਟ ਹੋ ਰਹੀਆਂ ਨੇ। ਦੂਜੇ ਪੇਪਰ 'ਚ ਜਿਹੜਾ ਤੁਸੀਂ ਸਬਜੈਕਟ ਚੂਜ਼ ਕੀਤਾ ਹੈ, ਜੋ ਸਪੈਸ਼ਲਾਈਜੇਸ਼ਨ ਚੂਜ਼ ਕੀਤੀ ਹੈ, ਉਹਦਾ ਪੇਪਰ ਹੋਣਾ 100 ਨੰਬਰ ਦੇ ਕੁਐਸਚਨ ਉਸੇ ਸਬਜੈਕਟ ਵਿੱਚੋਂ ਆਉਣੇ ਨੇ। ਸੋ ਜਦੋਂ ਇੱਕ ਵਾਰੀ ਆਫੀਸ਼ੀਅਲ ਨੋਟੀਫਿਕੇਸ਼ਨ TSS ਦੀ ਆ ਗਈ ਤਾਂ ਮੈਂ ਟਰਾਈ ਕਰੂੰਗੀ ਕਿ ਜਿਹੜੇ ਵੀ ਇਹ ਇੰਪੋਰਟੈਂਟ ਡੋਮੇਨਸ ਨੇ, ਸਪੈਸ਼ਲਾਈਜੇਸ਼ਨਸ ਨੇ, ਇਹਨਾਂ ਦੇ ਜੇ ਮੈਂ MCQ ਪ੍ਰੋਵਾਈਡ ਕਰਵਾ ਸਕਾਂ ਤਾਂ ਮੈਂ ਜ਼ਰੂਰ ਕਰਵਾਉਂਗੀ। ਕੰਪਲੀਟ ਥਿਊਰੀ ਦੇ ਨੋਟਸ ਆਲਰੇਡੀ ਅਵੇਲੇਬਲ ਨੇ, ਤੁਸੀਂ ਦੇਖ ਸਕਦੇ ਹੋ। ਨਾਲ ਮੈਂ ਲਿਖਿਆ ਹੋਇਆ ਕਿ ਕਿਹੜੇ ਸਬਜੈਕਟ ਦੇ, ਇਕੱਲੇ ਸਬ ਇੰਸਪੈਕਟਰ ਦੇ ਜਾਂ ਇਕੱਲੇ ਕਾਂਸਟੇਬਲ ਦੇ ਅਵੇਲੇਬਲ ਨੇ। ਸੋ ਇਹ ਸਾਰੇ ਨੋਟਸ ਐਸ ਪਰ ਸਿਲੇਬਸ, ਇਹ ਨਹੀਂ ਕਿ ਰੈਂਡਮ ਨੋਟਸ ਕੰਪਾਈਲ ਕੀਤੇ ਨੇ, ਬਿਲਕੁਲ ਜਿਵੇਂ ਸਿਲੇਬਸ ਟੌਪਿਕ ਲਿਖਿਆ ਹੈ ਉਵੇਂ ਤੁਹਾਨੂੰ ਨੋਟਸ ਦੇ ਅੰਦਰ ਕੰਪਾਈਲੇਸ਼ਨ ਮਿਲੂਗੀ, ਬਿਲਕੁਲ ਟੌਪਿਕ ਵਾਈਜ਼ ਕੰਪਾਈਲ ਕੀਤੇ ਨੇ। ਸੋ ਇਹ ਤੁਸੀਂ ਖਰੀਦ ਸਕਦੇ ਹੋ, ਥਿਊਰੀ ਨੋਟਸ ਨੇ। ਜੇ ਇਹਨਾਂ ਬਾਰੇ ਕੋਈ ਵੀ ਡਿਟੇਲ ਚਾਹੀਦੀ ਹੈ, ਐਨੀ ਪੇਮੈਂਟ ਮੈਥਡ ਡਿਟੇਲ or for the price, you can send email on legalvictor02896@gmail.com। ਬਾਕੀ ਇਹਨਾਂ ਦੀ ਜਿਹੜੀ ਡਿਟੇਲ ਔਰ ਟੈਲੀਗ੍ਰਾਮ ਗਰੁੱਪ ਵਿੱਚ ਵੀ ਸ਼ੇਅਰ ਕੀਤੀ ਹੋਈ ਹੈ, ਇੰਸਟਾਗ੍ਰਾਮ ਪੇਜ ਵਿੱਚ ਵੀ ਤੁਸੀਂ ਉੱਥੇ ਦੇਖ ਸਕਦੇ ਹੋ, ਤੁਹਾਨੂੰ ਉੱਥੇ ਪ੍ਰਾਈਸ ਪਤਾ ਚੱਲ ਜੂਗਾ, ਸੈਂਪਲਸ ਸ਼ੇਅਰ ਕੀਤੇ ਹੋਏ ਨੇ ਟੈਲੀਗ੍ਰਾਮ ਵਿੱਚ। ਸੋ ਐਂਡ ਤੇ ਮੈਂ ਤੁਹਾਨੂੰ ਇੱਕ ਚੀਜ਼ ਇੰਪੋਰਟੈਂਟ ਸੁਜੈਸਟ ਕਰਨਾ ਚਾਹੁੰਦੀ ਹਾਂ, ਚਾਹੇ ਸਬ ਇੰਸਪੈਕਟਰ ਦਾ ਪੇਪਰ ਹੈ, TSS ਦਾ ਜਾਂ ਕੋਈ ਵੀ ਹੋਰ ਐਗਜ਼ਾਮ ਆ, ਜੇ ਤੁਸੀਂ ਨੋਟੀਫਿਕੇਸ਼ਨ ਦੀ ਵੇਟ ਕਰ ਰਹੇ ਹੋ ਤੇ ਤੁਹਾਡੀ ਇੱਕ ਰੈਗੂਲੈਰਿਟੀ ਨਹੀਂ ਬਣ ਰਹੀ ਪੜ੍ਹਾਈ ਦੀ, ਤਾਂ ਇੱਕ ਚੀਜ਼ ਜ਼ਰੂਰ ਟਰਾਈ ਕਰਨੀ ਹੈ, ਤੁਸੀਂ ਕਰੰਟ ਅਫੇਅਰ ਨਹੀਂ ਛੱਡਣੇ, ਕਿਉਂਕਿ ਇਕੱਠੇ ਕਰੰਟ ਅਫੇਅਰ ਤਿਆਰ ਕਰਨੇ ਬਹੁਤ ਮੁਸ਼ਕਿਲ ਨੇ ਤੇ ਸਿਲੇਬਸ ਕੁਛ ਵੀ ਹੋਵੇ, ਜ਼ਿਆਦਾ ਆਪਾਂ ਨੇ ਦੇਖਿਆ ਹੈ ਜਿਹੜੀ ਵੇਟੇਜ ਹੈ ਉਹ ਕਰੰਟ ਦੀ ਹੋ ਰਹੀ ਹੈ ਰੀਸੈਂਟ 2-3 ਸਾਲਾਂ ਤੋਂ ਹਰ ਪੇਪਰ 'ਚ। ਸੋ ਕਰੰਟ ਅਫੇਅਰ ਟਰਾਈ ਕਰੋ ਕਿ ਤੁਸੀਂ ਡੇਲੀ ਦੇ ਡੇਲੀ ਤਿਆਰ ਕਰੋ, ਕਿਉਂਕਿ ਜਦੋਂ ਇਕੱਠੇ ਕਰਦੇ ਆ ਉਦੋਂ ਰਿਟੇਨ ਕਰਨੇ ਬਹੁਤ ਮੁਸ਼ਕਿਲ ਹੁੰਦੇ ਨੇ। ਇੰਪੋਰਟੈਂਟ ਫੈਕਟਸ ਆਪਣੇ ਨੋਟਸ ਬਣਾਓ, ਪਹਿਲਾਂ ਡੀਟੇਲ ਕਰਿਆ ਕਰੋ, ਉਸ ਤੋਂ ਬਾਅਦ MCQ ਕਰਿਆ ਕਰੋ। ਸਿੱਧਾ ਜਦੋਂ ਸਟੂਡੈਂਟ MCQ ਕਰਦੇ ਨੇ ਤਾਂ ਐਗਜ਼ਾਮ ਦੇ ਲਈ ਬਿਲਕੁਲ ਵੀ ਹੈਲਪਫੁਲ ਨਹੀਂ ਹੁੰਦਾ। ਸੋ ਇਹ ਸੀ ਅੱਜ ਦੀ ਆਪਣੀ ਇੰਪੋਰਟੈਂਟ ਸਟ੍ਰੈਟਜੀ। ਡਿਟੇਲ ਆਪਾਂ ਨੇ ਦੇਖੀ ਸਬ ਇੰਸਪੈਕਟਰ TSS ਦੀ। This was all about today's lecture. I hope you understood all things well. Please do like, share and comment, and if you're visiting my channel for the first time, do subscribe to it. Thank you and good luck.